ਧੰਨਵਾਦ ਕਰਦਾ ਸਾਰੇ ਵੀ ਜਿੰਨੇ ਵੀ ਮੇਰੇ ਪ੍ਰੈਸ ਵਾਲੇ ਇੱਥੇ ਆਏ ਹੋਏ ਨੇ। ਥੈਂਕ ਯੂ ਸੋ ਮਚ ਫॉर ਕਮਿੰਗ ਐਂਡ ਬਾਕੀ ਮੇਰੇ ਡਾਕਟਰ ਸਾਹਿਬਾਨ ਤੇ ਚੀਫ ਗੈਸਟਸ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦਿਸ press conference is about sir ਪਲਮੋ ਡਿਪਾਰਟਮੈਂਟ ਇਹਨਾਂ ਦਾ ਜਿਹੜਾ ਸੇਵਾ ਦਾ ਪੇਸ਼ੈਂਟ ਦੇ ਪ੍ਰਤੀ ਹੈਗਾ, ਇਹ ਬਹੁਤ ਹੀ ਚੰਗੀ ਤਰ੍ਹਾਂ ਸੇਵਾ ਨਿਭਾ ਰਹੇ ਨੇ ਇੱਥੇ ਹਸਪੀਟਲ ਦੇ ਵਿੱਚ। ਅੱਗੇ ਕੁਛ ਉਪਰਾਲਾ ਸਾਡੇ CEO ਸਾਹਿਬ ਨੇ ਲਿਆ ਹੈਗਾ, ਇਹਨਾਂ ਨੂੰ ਸ਼ਾਮ ਦੀ OPD ਕਲੀਨਿਕ ਆਪਾਂ ਸ਼ੁਰੂ ਕਰਨ ਜਾ ਰਹੇ ਹੈਗੇ ਪਲਮੋ ਦੇ ਡਿਪਾਰਟਮੈਂਟ ਦੇ ਵਿੱਚ। ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੀ ਥੈਂਕ ਯੂ, ਤੁਸੀਂ ਪੇਸ਼ੈਂਟਸ ਨੂੰ ਇਸੇ ਤਰ੍ਹਾਂ ਹੀ ਕੇਅਰ ਕਰਦੇ ਰਹੋ। ਥੈਂਕ ਯੂ ਜੀ। I thank entire team of SBS Apollo Hospital for inviting me here in this inauguration occasion. मैं सारी टीम ਨੂੰ ਬਹੁਤ ਮੁਬਾਰਕਬਾਦ ਦਿੰਦਾ। ਰੈਸਪੀਰੇਟਰੀ ਡਿਪਾਰਟਮੈਂਟ ਦੇ ਵਿੱਚ ਇੱਕ ਵਾਧਾ ਅੱਜ ਹੋ ਰਿਹਾ ਹੈ। ਇਹ ਇੱਕ ਸਮਾਜ ਦੇ ਵਿੱਚ ਸੋਸ਼ਲ ਸਰਵਿਸ ਸਭ ਤੋਂ ਵੱਡੀ ਹੈ ਹੈਲਥ ਕੇਅਰ ਸੈਗਮੈਂਟ ਦੇ ਵਿੱਚ। ਰੈਸਪੀਰੇਟਰੀ ਐਂਡ ਪਲਮੋਨੋਲੋਜੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਐਸਮਾ ਐਂਡ ਐਲਰਜੀ ਸੈਂਟਰ ਦੇ ਵਿੱਚ ਜਿਹੜਾ ਐਸਮਾ ਐਂਡ ਐਲਰਜੀ ਕਲੀਨਿਕ ਖੋਲ੍ਹਿਆ ਜਾ ਰਿਹਾ। ਆਈ ਹੈਵ ਹਰਡ ਦਿਸ ਇਜ਼ ਦਾ ਫਸਟ ਸੈਂਟਰ ਇਨ ਇੰਟਾਇਰ ਨਾਰਥ ਇੰਡੀਆ ਐਂਡ ਇਹ ਬਹੁਤ ਵੱਡੀ ਸਫਲਤਾ ਹੈਗੀ ਹੈ ਸੈਂਟਰ ਵਾਸਤੇ, ਅਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਇਸੇ ਤਰੀਕੇ ਨਾਲ ਸਾਰੀ ਟੀਮ ਸੋਸ਼ਲ ਸਰਵਿਸ ਕਰੇ ਅਤੇ ਪੇਸ਼ੈਂਟਸ ਵਾਸਤੇ, ਲੋਕਾਂ ਵਾਸਤੇ ਇਹ ਸਮਾਜ ਸੇਵਾ ਦਾ ਸਭ ਤੋਂ ਵੱਡਾ ਉਪਰਾਲਾ। ਥੈਂਕ ਯੂ। ਪਹਿਲਾਂ ਤਾਂ ਤੁਸੀਂ ਸਾਰੇ ਆਏ ਇੱਥੇ, ਬਹੁਤ ਤੁਹਾਡਾ ਧੰਨਵਾਦ। ਤੇ ਮੈਂ ਡਾਕਟਰ ਆਰ.ਕੇ. ਗੋਇਲ, ਸੀਨੀਅਰ ਕੰਸਲਟੈਂਟ ਡਿਪਾਰਟਮੈਂਟ ਆਫ ਪਲਮਨਰੀ ਮੈਡੀਸਨ SPS ਹਸਪੀਟਲ। ਤੇ ਜਿਹੜੀ ਇਹ ਸਾਡੀ ਇਨੀਸ਼ੀਏਟਿਵ ਹੈ SPS ਹਸਪੀਟਲ ਵੱਲੋਂ ਤੇ ਡਿਪਾਰਟਮੈਂਟ ਆਫ ਪਲਮਨਰੀ ਮੈਡੀਸਨ ਵੱਲੋਂ, ਇੱਕ ਸਪੈਸ਼ਲਾਈਜ਼ਡ ਅਸਥਮਾ ਐਂਡ ਐਲਰਜੀ ਕਲੀਨਿਕ ਅਸੀਂ ਸਟਾਰਟ ਕਰਨ ਜਾ ਰਹੇ ਹਾਂ, ਜਿਹੜਾ ਕਿ ਜਿਸ ਦੀ OPD ਮੰਗਲਵਾਰ ਤੇ ਸ਼ੁੱਕਰਵਾਰ ਹੋਏਗੀ 2 ਤੋਂ 5 ਵਜੇ ਦੇ ਵਿੱਚ, ਜਿਸ 'ਚ ਇੱਕ ਇੰਟਰਨੈਸ਼ਨਲ ਸਟੈਂਡਰਡਾਈਜ਼ ਦੀ ਕੇਅਰ ਅਸੀਂ ਅਸਥਮਾ ਤੇ ਐਲਰਜੀ ਦੇ ਪੇਸ਼ੈਂਟਸ ਨੂੰ ਦੇਣਾ ਚਾਹੁੰਦੇ ਹਾਂ। ਇਸ 'ਚ ਅਸੀਂ ਕੁਛ ਨਵੇਂ ਟੈਸਟ ਜਿਵੇਂ ਇੰਪਲਸਿਵ ਆਕਸੀਲੋਮੈਟਰੀ ਹੈ, ਜਿਹਦੇ ਨਾਲ ਅਸੀਂ ਬੱਚਿਆਂ ਦੀ ਵੀ ਲੰਗਸ ਦੀ ਜਾਂਚ ਕਰ ਸਕਦੇ ਹਾਂ। ਅਤੇ ਅਸੀਂ ਇੱਕ ਸਕੈਨਰ ਦਾ ਸ਼ੁਰੂਆਤ ਕੀਤੀ ਹੈ। ਦੇਰ ਇਜ਼ a QR code on that screen also. We can know our lung health. We can scan it and there is a questionnaire. You fill that questionnaire. ਉਸ ਦੇ ਐਂਡ 'ਤੇ ਜੋ ਸਕੋਰਿੰਗ ਹੋਏਗੀ ਉਸ 'ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਮੇਰੀ ਲੰਗਸ ਦੀ ਪ੍ਰੈਜੈਂਟ ਹੈਲਥ ਦਾ ਕੀ ਸਟੇਟਸ ਹੈ। ਉਸ ਦੇ ਨਾਲ ਤੁਸੀਂ ਸਾਡੀ ਅਪਾਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਅਤੇ ਜੇ ਸਾਡੇ ਲੰਗਸ ਹੈਲਦੀ ਨੇ ਤਾਂ ਇੱਕ ਆਪਾਂ ਜਿਹੜਾ ਰੂਟੀਨ ਚੈੱਕਅਪ ਆ ਉਹ ਵੀ ਬੁੱਕ ਕਰ ਸਕਦੇ ਹਾਂ। ਬਾਕੀ ਅਸਥਮਾ ਦੀ ਜਿਹੜੀ ਕੇਅਰ ਆ ਉਸ ਦੇ ਲਈ ਸਾਡੇ ਕੋਲ ਕੋਈ ਵੀ ਪੇਸ਼ੈਂਟ ਜਿਸ ਤਰ੍ਹਾਂ ਆਉਂਦਾ ਗਾ, ਪਹਿਲਾਂ ਵੀ ਅਸੀਂ ਕਰਦੇ ਸੀ ਅਸਥਮਾ, ਬਟ ਨਾਓ ਵੀ ਵਾਂਟ ਇਟ ਏ ਡੈਡੀਕੇਟਡ ਅਸਥਮਾ ਕੇਅਰ ਸੈਂਟਰ, ਜਿਸ ਦੇ ਲਈ ਅਸੀਂ ਕੁਝ ਟਾਈਮ ਫਿਕਸ ਕੀਤਾ ਗਾ, ਜਿਹੜਾ ਮੰਗਲਵਾਰ ਤੇ ਸ਼ੁੱਕਰਵਾਰ ਹੈਗਾ, ਉਸ ਦੇ ਨਾਲ ਅਸੀਂ ਸਟਾਰਟ ਕਰਾਂਗੇ। ਥੈਂਕ ਯੂ ਸਰ। ਹੈਲੋ ਐਵਰੀਵਨ, ਮੈਂ ਡਾਕਟਰ ਕੀਰਤ ਕੌਰ ਸੇਬੀਆ, ਕੰਸਲਟੈਂਟ ਪਲਮੋਨੋਲੋਜੀ SPS ਹਸਪੀਟਲਸ। ਅੱਜ ਅਸੀਂ ਲਾਂਚ ਕਰਨ ਜਾ ਰਹੇ ਹਾਂ ਐਸਥਮਾ ਐਂਡ ਐਲਰਜੀ ਕੇਅਰ ਕਲੀਨਿਕ ਐਟ SPS, ਔਰ ਇਹ ਸ਼ੁਰੂ ਕਰਨ ਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਐਸਥਮਾ ਦੇ ਪੇਸ਼ੈਂਟਸ ਤਾਂ ਵੱਧ ਹੀ ਰਹੇ ਸੀ। ਸਿਰਫ ਪੰਜਾਬ 'ਚੋਂ ਨਹੀਂ, ਸਾਡੇ ਕੋਲ ਪੇਸ਼ੈਂਟਸ ਆ ਰਹੇ ਨੇ ਹਰਿਆਣੇ ਤੋਂ, ਹਿਮਾਚਲ ਤੋਂ, ਈਵਨ ਜੰਮੂ ਤੋਂ ਵੀ ਆ ਰਹੇ ਨੇ। ਅਤੇ ਇਹ ਦੇਖਦੇ ਦੇਖਦੇ ਸਾਡੇ ਨੰਬਰ ਵਧੇ ਨਹੀਂ। ਸ਼ਾਇਦ ਪੋਲਿਊਸ਼ਨ ਦਾ ਜਿਹੜਾ ਫੈਕਟਰ ਅੱਜ ਜਿੰਨਾ ਹੈ ਉਹ ਪਿਛਲੇ ਕੁਝ ਸਾਲਾਂ ਪਹਿਲਾਂ ਨਹੀਂ ਸੀ, ਇਹ ਸਭ ਨੂੰ ਪਤਾ ਹੈ ਨਾ। ਬਹੁਤ ਸਾਰੇ ਪੇਸ਼ੈਂਟਸ ਇਹੋ ਜਿਹੇ ਨੇ ਜਿਹੜੇ ਇੱਥੋਂ ਦੀ ਗੁੜਗਾਉਂ ਤੱਕ ਜਾਂਦੇ ਨੇ, ਦਿੱਲੀ ਤੱਕ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਦਿੱਕਤ ਟ੍ਰਿਗਰ ਹੋ ਗਈ ਹੈ। ਜਿਹੜੇ ਇੱਥੇ ਕੰਟਰੋਲਡ ਵੀ ਹੁੰਦੇ ਆ ਉੱਥੇ ਜਾ ਕੇ ਦਿੱਕਤ ਵੱਧ ਜਾਂਦੀ ਹੈ। ਸੋ ਦੇ ਕਮ ਫॉर ਪ੍ਰੋਲੋਂਗਡ ਪਰਸਨਲ ਟ੍ਰੀਟਮੈਂਟ ਪਲਾਨਸ। ਅਤੇ ਅਸੀਂ ਰਿਅਲਾਈਜ਼ ਕੀਤਾ ਕਿ ਕਿੰਨੀ ਜ਼ਿਆਦਾ ਇੱਕ ਕਮੀ ਹੈ ਗੁੱਡ ਸਪੈਸ਼ਲਿਸਟ ਸਰਵਿਸਿਜ਼ ਦੀ। ਪੇਸ਼ੈਂਟਸ ਜਿਹੜੇ ਇੰਨੇ ਸਾਲਾਂ ਤੋਂ ਔਖੇ ਹੁੰਦੇ, ਉਹਨਾਂ ਦਾ ਡਾਇਗਨੋਸਿਸ ਹੀ ਨਹੀਂ ਬਣਿਆ ਹੁੰਦਾ। ਜਿੰਨੀ ਦੇਰ ਤੱਕ ਉਹ ਇੱਕ ਸਪੈਸ਼ਲਿਸਟ ਕੋਲ ਨਹੀਂ ਆਉਣਗੇ, ਇੱਕ ਡੈਡੀਕੇਟਿਡ ਸੈਂਟਰ ਤੱਕ ਨਹੀਂ ਪਹੁੰਚਣਗੇ, ਨਾ ਉਸ ਤਰ੍ਹਾਂ ਦੇ ਟੈਸਟ ਹੋਣਗੇ, ਨਾ ਉਸ ਤਰ੍ਹਾਂ ਦੀ ਉਹਨਾਂ ਨੂੰ ਸਪੈਸ਼ਲਾਈਜ਼ਡ ਐਡਵਾਈਸ ਮਿਲੇਗੀ, ਤਾਂ ਕਿਵੇਂ ਪਤਾ ਚੱਲੇਗਾ ਦਿੱਕਤ ਕੀ ਹੈ। ਇੰਨੇ ਪੇਸ਼ੈਂਟ ਜਿਨ੍ਹਾਂ ਨੂੰ ਅਸਥਮਾ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਅਤੇ ਇੰਨੇ ਪੇਸ਼ੈਂਟ ਜਿਨ੍ਹਾਂ ਨੂੰ ਅਸਥਮਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਅਸਥਮਾ ਹੈ। ਦੋਨੋਂ ਹੀ ਚੀਜ਼ਾਂ ਗਵਾਰਾ ਨਹੀਂ ਹੈ। ਔਰ ਹਰ ਤਰ੍ਹਾਂ ਦਾ ਅਸਥਮਾ ਐਲਰਜੀ ਨਹੀਂ ਹੁੰਦਾ।
ਅਸਥਮਾ ਐਲਰਜਿਕ ਸਿਰਫ ਨਹੀਂ ਹੁੰਦਾ, ਅਸਥਮਾ 15 ਤੋਂ ਜ਼ਿਆਦਾ ਕਿਸਮਾਂ ਹੁੰਦੀਆਂ ਅਸਥਮਾ ਦੀਆਂ, ਔਰ ਐਲਰਜਿਕ ਐਸਥਮਾ ਸਿਰਫ ਉਹਦੇ ਚੋਂ ਇੱਕ ਕਿਸਮ ਹੈ। ਲੋਕਾਂ ਨੂੰ ਲੱਗਦਾ ਹੈ ਕਿ ਜੇ ਐਲਰਜੀ ਹੈ ਤਾਂ ਦਮਾ ਹੈ, ਦਮਾ ਹੈ ਤਾਂ ਐਲਰਜੀ ਹੀ ਹੋਏਗੀ, ਇਹ ਜਾ ਜ਼ਰੂਰੀ ਨਹੀਂ ਹੈ। ਸੋ ਉਹ ਕੀ ਚੀਜ਼ ਹੈ, ਉਹਨੂੰ ਕਿਸ ਤਰ੍ਹਾਂ ਦੀ ਦਿੱਕਤ ਹੈ, ਔਰ ਐਲਰਜੀ ਦਾ ਸੈਂਟਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਪੈਸ਼ਲਾਈਜ਼ਡ, ਆਈ ਟ੍ਰੇਨਡ ਐਟ ਨੈਸ਼ਨਲ ਐਲਰਜੀ ਸੈਂਟਰ ਨਿਊ ਦਿੱਲੀ। ਸੋ ਆਈ ਕੈਨ ਟੈਲ ਯੂ ਐਲਰਜੀ ਅੱਜ ਕੱਲ੍ਹ ਜਿੰਨੇ ਸਾਡਾ ਐਕਸਪੋਜ਼ਰ ਹੈ ਉਹ ਪਿਛਲੇ ਕੁਝ ਸਦੀਆਂ 'ਚ ਨਹੀਂ ਸੀ। ਤੁਸੀਂ ਕਮਰੇ 'ਚ ਹੋ, ਬੰਦ ਕਮਰਾ ਹੈ, ਨਾ ਹਵਾ ਅੰਦਰ ਓਨੀ ਆ ਰਹੀ ਹੈ ਨਾ ਜਾ ਰਹੀ ਹੈ, ਸੋਫੇ ਦਾ ਕੱਪੜਾ, ਕਾਰਪੇਟ, ਤੁਹਾਡੀ ਲੱਕੜੀ ਦੇ ਜਿਹੜਾ ਸਾਮਾਨ ਹੈ, ਤੁਹਾਡੀ ਜਿਹੜੀ ਅਪੋਸਟਰੀ ਹੈ, ਫਾਲਸ ਸੀਲਿੰਗ ਹੈ, ਹਰ ਥਾਂ ਵੋਲੇਟਾਈਲ ਆਰਗੈਨਿਕ ਕੰਪਾਊਂਡਸ ਹੈ, ਫਿਊਮਸ ਨੇ, ਵਾਲਸ ਤੇ ਪੈਨਲਿੰਗ ਹੋਈ ਹੈ, ਉਹਦੇ ਪਿੱਛੇ ਫੰਗਸ ਗਰੋ ਕਰ ਰਹੀ ਹੈ, ਪਤਾ ਹੀ ਨਹੀਂ ਲੋਕਾਂ ਨੂੰ ਕਿਸ ਕਿਸ ਚੀਜ਼ ਤੋਂ ਐਲਰਜੀ ਹੋ ਰਹੀ ਹੈ। ਟੈਸਟ ਕਰਨ ਲਈ ਸਾਡੇ ਕੋਲ 골ਡ ਸਟੈਂਡਰਡ ਟੈਸਟਸ ਨੇ, ਬਲੱਡ ਦੇ ਟੈਸਟ ਵੀ ਨੇ ਔਰ ਸਕਿਨ ਦਾ ਟੈਸਟ ਵੀ ਹੈ ਵਿਚ ਇਜ਼ ਅ 골ਡ ਸਟੈਂਡਰਡ ਟੈਸਟ, ਜਿਹਦੇ 'ਚ ਅਸੀਂ 80 ਤੋਂ ਜ਼ਿਆਦਾ ਜਿਹੜੇ ਐਲਰਜਨਸ ਹੈ, ਏਰੋ ਐਲਰਜਨਸ, ਪੋਲਨਸ ਵੀ ਅਸੀਂ ਨਾਰਥ ਇੰਡੀਆ ਦੇ ਹਿਸਾਬ ਨਾਲ ਜਿਹੜੇ ਇੱਥੇ ਪਾਏ ਜਾਂਦੇ ਆ ਉਸ ਹਿਸਾਬ ਨਾਲ ਸਾਡਾ ਐਲਰਜੀ ਟੈਸਟ ਕਰਦਾ ਹੈ। ਤੇ ਅਗਰ ਪਤਾ ਚੱਲੇ ਦਿੱਕਤ ਕੀ ਹੈ, ਡਾਇਗਨੋਸਿਸ ਸਹੀ ਹੋਏ ਤਾਂ ਬੈਸਟ ਇਲਾਜ ਪੋਸੀਬਲ ਹੈ। ਐਂਡ ਵੀ ਆਲਸੋ ਹੈਵ ਇੰਟਰਨੈਸ਼ਨਲ ਟ੍ਰੀਟਮੈਂਟਸ ਅਵੇਲੇਬਲ ਲਾਈਕ ਬਾਇਓਲੋਜੀਕਲਸ ਫॉर ਉਹ ਵਾਲੇ ਉਹਨਾਂ ਪੇਸ਼ੈਂਟਸ ਲਈ ਜਿਨ੍ਹਾਂ ਨੂੰ ਇੰਨਾ ਸੀਵੀਅਰ ਐਜ਼ਮਾ ਹੈ, ਜਿਹੜੇ ਘਰੋਂ ਨਿਕਲ ਵੀ ਨਹੀਂ ਪਾਉਂਦੇ। ਤੇ ਇਹ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਇਸ ਲਈ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੱਚਾ ਉਹਦਾ ਸਕੂਲ ਛੁੱਟੇ ਐਜ਼ਮਾ ਕਰਕੇ। ਅਸੀਂ ਨਹੀਂ ਚਾਹੁੰਦੇ ਕਿ ਕੋਈ ਐਥਲੀਟ ਜੋ ਇੰਡੀਆ ਲਈ ਖੇਲ ਸਕਦਾ ਸੀ ਅੱਗੇ ਜਾ ਕੇ, ਉਹਦੀ ਪ੍ਰੈਕਟਿਸ ਛੁੱਟੇ ਐਜ਼ਮਾ ਕਰਕੇ, ਜਾਂ ਕੋਈ ਜੋ ਘਰ ਦੇ ਲਈ ਕਮਾ ਸਕਦਾ ਉਹਦੀ ਜੌਬ ਛੁੱਟੇ ਐਜ਼ਮਾ ਕਰਕੇ। ਸੋ ਫॉर ਅ ਹੈਲਦੀ ਨੇਸ਼ਨ ਵੀ ਨੀਡ ਅ ਨੇਸ਼ਨ ਵਿਚ ਕੈਨ ਬਰੀਥ ਫ੍ਰੀਲੀ। So thank you everyone and for joining us today, and we really hope ki we are able to make a difference when it comes to asthma treatment and asthma awareness. Thank you so much. So asthma ਪਹਿਲਾਂ ਤਾਂ ਬਿਮਾਰੀ ਸਮਝਣਾ ਬਹੁਤ ਜ਼ਰੂਰੀ ਹੈ ਕਿ asthma ਫੇਫੜਿਆਂ ਤੋਂ ਦੀ ਬਿਮਾਰੀ ਨਹੀਂ ਹੈ, asthma ਐਕਚੁਅਲੀ ਸਾਹ ਦੀ ਨਾਲੀਆਂ ਦੀ ਬਿਮਾਰੀ ਹੈ। ਸੋ ਜਦੋਂ ਕਿਸੇ ਨੂੰ asthma ਹੁੰਦਾ ਹੈ, ਉਸ ਨੂੰ asthma ਦਾ ਅਟੈਕ ਸੁਣਿਆ ਹੋਏਗਾ ਤੁਸੀਂ, ਉਹਨੂੰ ਜੀ ਅਸਥਮਾ ਦਾ ਅਟੈਕ ਹੋ ਗਿਆ ਹੈ ਨਾ, ਉਦੋਂ ਇੱਕਦਮ ਸਾਹ ਰੁਕ ਗਿਆ। ਸੋ ਸਾਹ ਚੜ੍ਹਨਾ, ਸਾਹ ਦੀ ਨਾਲੀਆਂ ਵਿੱਚ ਸੋਜਿਸ਼ ਹੋ ਜਾਂਦੀ ਇੰਨੀ ਜ਼ਿਆਦਾ ਕਿ ਰਸਤਾ ਰੁਕ ਜਾਂਦਾ ਹੈ, ਜਾਂ ਸੋਜਿਸ਼ ਦੇ ਨਾਲ ਇੱਕ ਰਿਐਕਸ਼ਨ ਹੁੰਦਾ ਹੈ ਬੋਡੀ ਦਾ, ਬਹੁਤ ਸਾਰੀ ਬਲਗਮ ਆਉਣੀ ਸ਼ੁਰੂ ਹੋ ਜਾਂਦੀ ਹੈ, ਇੰਨੀ ਬਲਗਮ ਆਉਂਦੀ ਕਿ ਪੇਸ਼ੈਂਟ ਲੱਗਦਾ ਕਿ ਮੇਰੇ ਤਾਂ ਫੇਫੜੇ ਹੀ ਬਾਹਰ ਨਿਕਲ ਜਾਣੇ ਖਾਂਸੀ ਕਰ ਕਰਕੇ। ਸਾਹ ਚੜ੍ਹਨਾ, ਬਲਗਮ ਆਉਣਾ, ਖਾਂਸੀ ਰਹਿਣੀ, ਔਰ ਟਿਪੀਕਲੀ ਸਫੋਕੇਸ਼ਨ, ਚੈਸਟ ਟਾਈਟਨੈਸ ਜਾਂ ਛਾਤੀ 'ਚੋਂ ਆਵਾਜ਼ ਆਣੀ। ਸੋ ਇਹ ਬੜੇ ਟਿਪੀਕਲ ਸਿੰਪਟਮਸ ਨੇ ਐਜ਼ਮਾ ਦੇ। ਤੇ ਖਾਸ ਤੌਰ ਤੇ ਜੇ ਕੋਈ ਕਹੇ ਨਾ ਕਿ ਰਾਤ ਨੂੰ ਹੁੰਦੀ ਹੈ ਦਿੱਕਤ, ਜਾਂ ਸਵੇਰੇ ਐਂ ਲੱਗਦਾ ਜਿਵੇਂ ਦਮ ਘੁੱਟ ਰਿਹਾ, ਸਰ ਇਹ ਜਿਹੇ ਪੇਸ਼ੈਂਟ ਨੂੰ ਹਮੇਸ਼ਾ ਐਜ਼ਮਾ ਲਈ ਜ਼ਰੂਰ ਅਸੀਂ ਚੈੱਕ ਕਰਨਾ ਸਾਡੀ ਪ੍ਰਾਇੋਰਿਟੀ ਰਹਿੰਦੀ ਹੈ। ਤੇ ਫਰਦਰ ਅਸੀਂ ਐਜ਼ਮਾ ਲਈ ਫਿਰ ਟੈਸਟ ਕਰਦੇ ਹਾਂ ਦੇਖਣ ਦੇ ਲਈ ਕਿ ਸੱਚੀ ਐਜ਼ਮਾ ਹੈ ਜਾਂ ਕੋਈ ਹੋਰ ਦਿੱਕਤ ਹੈ, ਕਿਉਂਕਿ ਗਲਤ ਲੇਬਲ, ਗਲਤ ਡਾਇਗਨੋਸਿਸ ਮੀਨਸ ਪੇਸ਼ੈਂਟ ਦੀ ਬਿਮਾਰੀ ਛੁੱਟ ਵੀ ਜਾਣੀ, ਨਿਕਲ ਵੀ ਜਾਣੀ, ਔਰ ਗਲਤ ਇਲਾਜ ਔਰ ਟਾਈਮ ਖਰਾਬ ਹੋਣਾ, ਜਿੰਨੇ 'ਚ ਲੰਗ ਦਾ ਡੈਮੇਜ ਚਾਲੂ ਰਹੇਗਾ। ਹਾਈ ਬੀਪੀ ਜ਼ਿਆਦਾ ਪੇਸ਼ੈਂਟ ਨੂੰ ਜ਼ਿਆਦਾ ਅਸਥਮਾ ਪ੍ਰੋਬਲਮ ਜ਼ਿਆਦਾ ਆ ਜਾਂਦੀ ਹੈ, ਤੇ ਕਿਸ ਤਰ੍ਹਾਂ ਫਿਰ ਉਸ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਸਰ? ਹਾਈ ਬੀਪੀ ਹਾਈ ਬੀਪੀ ਦੇ ਨਾਲ ਅਸਥਮਾ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ। ਹਾਈ ਬੀਪੀ ਇਜ਼ ਅ ਟੋਟਲੀ ਡਿਫਰੈਂਟ ਥਿੰਗ। ਬੀਪੀ ਦਾ ਰਹਿਣਾ, ਅਸਥਮਾ ਇੱਕ ਇਸ ਤਰ੍ਹਾਂ ਦਾ ਹੈ ਕਿ ਨੈਰੋਇੰਗ ਆਫ ਆਵਰ 에ਅਰਵੇਜ਼, ਜਿਹਦੇ ਨਾਲ ਇਨਫਲੇਮੇਸ਼ਨ ਹੁੰਦੀ ਹੈ, 에ਅਰਵੇਜ਼ ਨੈਰੋ ਹੋ ਜਾਂਦਾ ਤੇ ਇੱਕ ਵਿਸਲਿੰਗ ਸਾਊਂਡ ਆਉਂਦੀ ਹੈ, ਤੁਸੀਂ ਵੈਸੇ ਵੀ ਕਈ ਵਾਰ ਸੁਣਿਆ ਹੋਊਗਾ, ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਜਿਸ ਦੇ ਕਰਕੇ ਅਸੀਂ ਉਹਦਾ ਡਾਇਗਨੋਸ ਕਰਦੇ ਹਾਂ ਅਸਥਮਾ। ਉਹਦੇ ਲਈ ਦੋ ਟੈਸਟ ਨੇ ਜਿਹੜੇ, ਇੱਕ ਪਹਿਲਾਂ ਫੂਕ ਮਾਰ ਕੇ ਪਲਮਨਰੀ ਲੰਗ ਫੰਕਸ਼ਨ ਟੈਸਟ ਜਿਹੜਾ ਆਮ ਹੁੰਦਾ ਗਾ ਆਪਾਂ ਦੇਖਦੇ ਹਾਂ, ਉਸ ਦੇ 'ਚ ਕਿਤੇ ਨਾ ਕਿਤੇ ਕਾਫੀ ਪ੍ਰੋਬਲਮ ਸੀ, ਉਹ ਪ੍ਰੋਪਰ ਬੱਚਿਆਂ 'ਚ ਨਹੀਂ ਕਰ ਪਾਉਂਦੇ ਸੀ, ਬਜ਼ੁਰਗ ਲੋਕ ਨਹੀਂ ਕਰ ਪਾਉਂਦੇ ਸੀ। ਉਸ ਨੂੰ ਦੇਖਣ ਦੇ ਲਈ ਸਾਡੇ ਕੋਲੇ ਬੜਾ ਐਡਵਾਂਸ ਟੈਸਟ ਹੈ ਜਿਹੜਾ ਆਈ ਥਿੰਕ ਲੁਧਿਆਣਾ 'ਚ ਹੋਰ ਕਿਤੇ ਹੈ ਵੀ ਨਹੀਂ ਹੈਗਾ, ਦੈਟ ਇਜ਼ ਏ IUS, ਇੰਪਲਸਿਵ ਆਕਸੀਲੋਮੈਟਰੀ, ਵਿਚ ਇਜ਼ ਅ ਵੈਰੀ ਐਡਵਾਂਸਡ, ਜਿਸ 'ਚ ਤੁਸੀਂ ਕੁਛ ਨਹੀਂ ਕਰਨਾ, ਸਿੰਪਲ ਉਸ ਨੂੰ ਅਸੀਂ ਮੂੰਹ 'ਚ ਰੱਖਣਾ ਗਾ, ਤੇ ਉਸਨੇ ਆਪਣੇ ਆਪ ਹੀ ਸਿਸਟਮ ਨੂੰ ਲੈ ਕੇ ਸਾਡੇ ਲੰਗਸ ਦੀ ਕੀ ਫੰਕਸ਼ਨਿੰਗ ਆ ਉਹਨੂੰ ਡਿਟੈਕਟ ਕਰ ਲੈਣਾ, ਵੈਦਰ ਯੂ ਆਰ ਹੈਵਿੰਗ ਨੈਰੋਇੰਗ ਆਫ ਯੂਅਰ 에ਅਰਵੇਜ਼ ਔਰ ਨਾਟ। ਇਹ ਬੜਾ ਐਡਵਾਂਸ ਟੈਸਟ ਆ, ਤੇ ਇਹ ਮੇਰਾ ਖਿਆਲ ਲੁਧਿਆਣੇ 'ਚ ਹੋਰ ਕਿਤੇ ਹੁੰਦਾ ਵੀ ਨਹੀਂ ਹੈਗਾ। ਸਾਡੇ ਸਤਿਗੁਰੂ ਜੀ ਦੇ ਕਰਕੇ, ਉਹਨਾਂ ਦੀ ਬਲੈਸਿੰਗ ਦੇ ਕਰਕੇ ਸਾਨੂੰ ਉਹ ਮਤਲਬ ਮਸ਼ੀਨ ਮਿਲੀ ਹੋਈ ਹੈ। ਇਟਸ ਕਾਫੀ ਕੋਸਟਲੀ ਮਸ਼ੀਨ ਆ। ਫਿਰ ਸਾਡੇ ਜਿਹੜੇ ਹੋਰ ਟੈਸਟ ਨੇ, ਜਿਵੇਂ ਚਾਹੇ ਬ੍ਰੋਂਕੋਸਕੋਪੀ ਹੋਇਆ, ਇਬਸ ਹੋਇਆ, that is which is not available even in DMC, IBS is not even available in DMC, ਉਹ ਸਾਡੇ ਇੱਥੇ ਹੁੰਦੇ ਨੇ। ਐਂਡ ਫਰੋਮ ਦਾ ਲਾਸਟ 4 years we are doing these tests, ਐਂਡ ਇਹ ਟ੍ਰੀਟਮੈਂਟ ਵੀ ਨੇ ਕਿਤੇ ਨਾ ਕਿਤੇ, ਤੇ ਟੈਸਟ ਵੀ ਅਸੀਂ ਇਹਨਾਂ ਨਾਲ ਕਰਦੇ ਹਾਂ, ਐਂਡ we are having I think 100% result and 0% complications in all these things. ਤੁਸੀਂ ਜੋ ਪੁੱਛਿਆ ਨਾ
ਬੀਪੀ ਦੇ ਬਾਰੇ ਵੀ ਹਾਈ ਬੀਪੀ ਸੋ ਹਾਂ ਮੈਂ ਦੱਸਦੀ ਹਾਂ ਜਦੋਂ ਕੋਈ ਪੇਸ਼ੈਂਟ ਆ ਕੇ ਬੋਲਦਾ ਹੈ ਕਿ ਮੇਰਾ ਬੀਪੀ ਵੀ ਵੱਧ ਰਿਹਾ ਹੈ ਤੇ ਉਹਨੂੰ ਐਜ਼ਮਾ ਵੀ ਹੈ ਐਕਚੁਅਲੀ ਤੋਂ ਵੀ ਸਾਹ ਦੀ ਦਿੱਕਤ ਹੁੰਦੀ ਹੈ ਨਾ ਉਹਦੇ ਤਾਂ ਕਰਕੇ ਉਸ ਕਾਰਨ ਬੀਪੀ ਵੱਧ ਜਾਂਦਾ ਹੈ ਕੋਈ ਪੇਸ਼ੈਂਟ ਜਿਹਨੂੰ ਆਲਰੇਡੀ ਬੀਪੀ ਦੀ ਦਿੱਕਤ ਹੈ ਔਰ ਬੀਪੀ ਉਸ ਟਾਈਮ ਚਾਹੇ ਉਹ ਦਵਾਈ ਲੈ ਵੀ ਰਿਹਾ ਹੈ ਜਦੋਂ ਉਹਨੂੰ ਇੱਕਦਮ ਸਾਹ ਦੀ ਦਿੱਕਤ ਹੋਏਗੀ ਹਾਰਟ ਐਂਡ ਲੰਗਸ ਆਰ ਕਨੈਕਟਡ ਠੀਕ ਐਕਚੁਅਲੀ ਹੈ ਨਾ ਜਦੋਂ ਤਾਂ ਉਹਦਾ ਸਾਹ ਉਹਦੇ- ਠੀਕ ਹੋ ਜਾਂਦਾ ਤਾਂ ਉਹਦਾ ਉਹ ਬੀਪੀ ਬੀਪੀ ਵੀ ਆਟੋਮੈਟਿਕਲੀ ਆਪੇ ਬੈਟਰ ਹੋ ਆਪਣੇ ਆਪ ਠੀਕ ਹੋ ਜਾਏਗਾ ਇਸ ਜਾਏਗਾ ਲਈ ਐਕਚੁਅਲੀ ਐਜ਼ਮਾ ਟ੍ਰੀਟ ਕਰੋਗੇ ਤੁਸੀਂ ਤਾਂ ਬੀਪੀ ਦਾ ਜਿਹੜਾ ਲਾਸ ਆਫ ਕੰਟਰੋਲ ਹੈ ਉਹ ਉਹ ਵੀ ਠੀਕ ਹੋ ਠੀਕ ਰਹੇਗਾ ਸਰਦੀਆਂ 'ਚ ਗ੍ਰਾਫ ਵੱਧ ਜਾਂਦਾ ਅਸਥਮਾ ਦਾ ਸਰਦੀਆਂ 'ਚ ਗ੍ਰਾਫ ਵੱਧ ਨਹੀਂ ਵੱਧਦੀ ਯੈਸ ਪ੍ਰੀਵੈਂਸ਼ਨ ਦੇ ਲਈ ਇੱਕ ਤਾਂ ਜੀ ਅਲਰਜਨ ਦੀ ਅਵੋਇਡੈਂਸ ਜਿਸ ਚੀਜ਼ ਜਿਹੜੀ ਸਾਨੂੰ ਟ੍ਰਿਗਰ ਕਰ ਰਹੀ ਹੈ ਉਹਦੀ ਅਵੋਇਡ ਅਸੀਂ ਕਰੀਏ ਫਿਰ ਜਿਹੜੀ ਸਾਡੀ ਮੈਡੀਸਨ ਆ ਉਹਨੂੰ ਅਸੀਂ ਰੈਗੂਲਰ ਆਪਣੀ ਜੋ ਵੀ ਮੈਡੀਸਨ ਆ ਉਹਨੂੰ ਅਸੀਂ ਰੈਗੂਲਰ ਰੱਖੀਏ ਤੀਸਰਾ ਫਿਰ ਚੀਜ਼ਾਂ ਨੇ ਜਿਵੇਂ ਕੁਝ ਵੈਕਸੀਨੇਸ਼ਨ ਹੈ ਇਨਫੈਕਸ਼ਨ ਇਹਨੂੰ ਟ੍ਰਿਗਰ ਕਰਦੀ ਹੈ ਤਾਂ ਕਿ ਅਸੀਂ ਪ੍ਰੀਵੈਂਟਿਵ ਸ਼ਾਟਸ ਲਗਾ ਸਕੀਏ ਚਾਹੇ ਨਿਮੋਕੋਕਲ ਵੈਕਸੀਨ ਆ ਫਲੂ ਵੈਕਸੀਨਸ ਆ ਤਾਂ ਕਿ ਬਾਰ-ਬਾਰ ਸਾਨੂੰ ਇਨਫੈਕਸ਼ਨ ਨਾ ਹੋਵੇ ਕਿਉਂਕਿ ਜਦੋਂ ਇਨਫੈਕਸ਼ਨ ਹੋਣੀ ਇਹਨੇ ਟ੍ਰਿਗਰ ਕਰ ਜਾਣਾ ਅਸਥਮਾ ਨੇ ਇਹਨਾਂ ਚੀਜ਼ਾਂ ਨਾਲ ਅਸੀਂ ਆਪਣਾ ਬਚਾਅ ਰੱਖ ਸਕਦੇ ਹਾਂ ਬਟ ਫਿਰ ਵੀ ਇਨ ਸਪਾਈਟ ਆਫ ਆਲ ਥੀਸ ਥਿੰਗਸ ਕਈ ਵਾਰ ਅਸਥਮਾ ਦੇ ਅਟੈਕ ਹੁੰਦੇ ਨੇ ਤਾਂ ਆਪਣੀ ਇੱਕ ਵਾਰ ਕੰਸਲਟ ਜ਼ਰੂਰ ਕਰਾਓ ਡਾਕਟਰਸ ਨੂੰ ਤੇ ਹਰੇਕ ਦੀ ਇੰਡੀਵਿਜੂਅਲ ਵੇਰੀਏਸ਼ਨਸ ਰਹਿੰਦੀਆਂ ਨੇ ਉਸ ਚੀਜ਼ ਨੂੰ ਦੇਖਿਆ ਜਾਏਗਾ ਖਾਣ ਪੀਣ ਦਾ ਵੀ ਕੋਈ ਹੈ ਫੂਡ ਐਲਰਜੀ ਖਾਣੀ ਚਾਹੀਦੀ ਕਦੀ ਨਹੀਂ ਖਾਣੀ ਚਾਹੀਦੀ ਫੂਡ ਐਲਰਜੀ ਕਾਫੀ ਕਾਮਨ ਹੈ ਜੀ ਫੂਡ ਐਲਰਜੀ ਨਾਲ ਹੁੰਦਾ ਜਿਵੇਂ ਪੀਨਟਸ ਵਗੈਰਾ ਇਹ ਇੰਡੀਵਿਜੂਅਲ ਵੇਰੀਏਸ਼ਨਸ ਆ ਜੀ ਕਿਸ ਨੂੰ ਕਿਸ ਚੀਜ਼ ਦੇ ਨਾਲ ਹੁੰਦਾ ਇਹ ਉਸਦੇ ਟੈਸਟ ਤੋਂ ਹੀ ਪਤਾ ਲੱਗੇਗਾ ਇਸ ਨੂੰ ਇਦਾਂ ਕਹਿਣਾ ਕਿ ਇਸ ਚੀਜ਼ ਹਰੇਕ ਨੂੰ ਨਹੀਂ ਖਾਣੀ ਚਾਹੀਦੀ ਹੁਣ ਕਿਸੇ ਨੂੰ ਪੀਨਟਸ ਨਾਲ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਸਮਰ ਈਟਿੰਗ ਪੀਨਟ ਜੈਨੇਟਿਕਸ ਫੈਕਟਰ ਵੀ ਹੈ ਇਹਦੇ ਹਾਂ ਜੈਨੇਟਿਕਸ ਫੈਕਟਰਸ ਵੀ ਨੇ ਜੀ ਅਸਥਮਾ ਦੇ ਜੈਨੇਟਿਕਸ ਫੈਕਟਰਸ ਦੇ ਨਾਲ ਵੀ ਹੁੰਦਾ ਹੈਗਾ ਬਟ ਉਹਨੂੰ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ ਤਾਂ ਕਿ ਜੀਨਸ ਨੂੰ ਤਾਂ ਨਹੀਂ ਆਪਾਂ ਚੇਂਜ ਕਰ ਸਕਦੇ ਪਰ ਆਪਾਂ ਉਹਨਾਂ ਨੂੰ ਕੰਟਰੋਲ ਜ਼ਰੂਰ ਕਰ ਸਕਦੇ ਹਾਂ ਤਾਂ ਕਿ ਉਹਨੂੰ ਬਾਰ-ਬਾਰ ਅਟੈਕ ਨਾ ਹੋਣ ਉਹ ਇੱਕ ਆਪਣੀ ਹੈਲਦੀ ਲਾਈਫ ਜੀ ਸਕੇ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਜਿਹੜੀ ਇੱਕ ਰੂਟੀਨ ਦੀ ਐਕਟੀਵਿਟੀਜ਼ 'ਚ ਕੋਈ ਉਹਨੂੰ ਦਿੱਕਤ ਨਾ ਪਵੇ ਅਸਥਮਾ ਇੱਕ ਪੱਕੀ ਬਿਮਾਰੀ ਕਿ ਇਹਦਾ ਪਰਮਾਨੈਂਟ ਹੈ ਕੋਈ ਇਲਾਜ ਹੈ ਜਾਂ ਇਹ ਲਾਈਫ ਟਾਈਮ ਤੱਕ ਰਹਿੰਦੀ ਹੈ ਨਹੀਂ ਜੀ ਅਸਥਮਾ ਦਾ ਇਲਾਜ ਹੈ ਅਸਥਮਾ ਦੀ ਟ੍ਰੀਟਮੈਂਟ ਹੈਗੀ ਹੈ ਉਸੇ ਦੇ ਲਈ ਅਸੀਂ ਕਹਿ ਰਹੇ ਹਾਂ ਕਿ ਅਸਥਮਾ ਦਾ ਹੁਣ ਜਿਹੜਾ ਅਸੀਂ ਸਿਸਟਮ ਹੈ ਚਾਹੇ ਉਹ ਇਮਿਊਨੋਲੋਜੀਕਲ ਏਜੰਟਸ ਨੇ ਉਹ 'ਚ ਸਾਡਾ ਜਿਹੜਾ ਅਲਰਜਨਸ ਲੈਵਲ ਆ ਹਾਈਪਰ ਸੈਂਸਿਟਿਵਿਟੀ ਲੈਵਲ ਆ ਉਹ ਕਾਫੀ ਹੱਦ ਤੱਕ ਡਿਕਰੀਜ਼ ਹੋ ਜਾਂਦਾ ਹੈਗਾ ਇਹ ਸੈਕਟਰ ਜਿਹੜਾ ਮਰਜ਼ੀ ਹੋਵੇ ਏਜ ਫੈਕਟਰ ਦੇ ਨਾਲ ਨਹੀਂ ਹੈਗਾ ਜੀ ਉਸ ਦੀ ਪ੍ਰੈਜ਼ੈਂਟ ਸਟੇਟਸ ਕੀ ਹੈ 70 ਆਫਟਰ 80 ਦੇਖੋ ਜਿੰਨਾ ਯੰਗ ਪੇਸ਼ੈਂਟ ਹੈ ਜੀ ਉਹਨਾਂ ਰਿਜ਼ਲਟ ਅੱਛਾ ਹੈਗਾ ਜਿੰਨੀ ਲੰਗਸ ਖਰਾਬ ਨਹੀਂ ਹੋਏ ਉਹਨਾਂ ਅੱਛਾ ਰਿਜ਼ਲਟ ਮਿਲੇਗਾ ਜਦੋਂ ਲੰਗਸ ਕਾਫੀ ਡੈਮੇਜ ਹੋ ਗਏ ਤਾਂ ਉਹਦਾ ਰਿਜ਼ਲਟ ਉਨਾ ਹੀ ਅੱਛਾ ਨਹੀਂ ਮਿਲੇਗਾ ਇਸ ਲਈ ਅਸੀਂ ਕਿਹਾ ਜਾਂਦਾ ਕਿ ਪੇਸ਼ੈਂਟ ਨੂੰ ਕਿ अर्ਲੀ ਇਨਵੈਸਟੀਗੇਸ਼ਨ ਔਰ अर्ਲੀ ਡਾਇਗਨੋਸਿਸ ਮੋਰ ਇੰਪੋਰਟੈਂਟ lungs are a very beautiful organ ਅਗਰ ਤੁਹਾਡੇ lungs 30-35% ਤੱਕ ਵੀ ਕੰਮ ਕਰ ਰਹੇ ਹੈ ਨਾ ਸਾਹ ਦੀ ਨਾਲੀਆਂ ਉਨੀਆਂ ਬਲੌਕ ਨਹੀਂ ਹੈ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਦਿੱਕਤ ਕਿੰਨੀ ਹੈ ਔਰ ਸਪੈਸ਼ਲੀ ਬਜ਼ੁਰਗਾਂ 'ਚ ਕੀ ਹੁੰਦਾ ਹੈ ਨਾ ਉਹ ਤੁਰਦੇ ਨਹੀਂ ਆ ਉਹਨਾਂ ਕਿਉਂਕਿ ਗੋਡਿਆਂ ਦੀ ਪ੍ਰੋਬਲਮ ਜਾਂ ਹਾਰਟ ਪ੍ਰੋਬਲਮ ਪਤਾ ਹੀ ਨਹੀਂ ਲੱਗਦਾ ਕਿ ਲੰਗਸ ਵੀ ਡੈਮੇਜ ਹੋ ਰਹੇ ਹੈ ਉਹਨਾਂ ਲੱਗਦਾ ਕਿ ਜੇ ਸਾਹ ਚੜ ਰਿਹਾ ਹੈ ਉਹ ਹਾਰਟ ਕਰਕੇ ਹੋਏਗਾ ਜਾਂ ਤੁਰ ਨਹੀਂ ਰਹੇ ਤਾਂ ਉਹਨੂੰ ਲੱਗਦਾ ਕਿ ਲੰਗਸ ਦਾ ਠੀਕ ਹੀ ਹੈ ਕੈਪੈਸਿਟੀ ਟੈਸਟ ਹੀ ਨਹੀਂ ਹੋ ਰਹੀ ਨਾ ਇਸੇ ਲਈ ਜਿਹੜਾ ਸਾਹ ਦਾ ਟੈਸਟ ਹੈ ਉਹਦੀ ਬਹੁਤ ਜ਼ਿਆਦਾ ਵੈਲਿਊ ਹੈ ਐਂਡ ਏਜ ਨਾਲ ਜੋ ਪ੍ਰੋਬਲਮ ਹੈ ਉਹ ਇਹ ਹੈ ਕਿ ਇੱਕ ਤਾਂ ਲੰਗ ਵੋਲਿਊਮ ਕੁਝ ਏਜ ਨਾਲ ਲਾਸ ਹੋਏਗਾ ਫੰਕਸ਼ਨ ਲਾਸ ਹੋਏਗਾ ਦੂਸਰਾ ਕਿ ਜਿੰਨਾ ਲੇਟ ਡਾਇਗਨੋਸਿਸ ਹੋਏਗਾ ਉਹਨੇ ਵਿੱਚ ਕੁਝ ਪਰਮਾਨੈਂਟ ਇਰਰਿਵਰਸਿਬਲ ਲਾਸ ਆਫ ਲੰਗ ਫੰਕਸ਼ਨ ਹੋ ਜਾਏਗਾ ਪਰਮਾਨੈਂਟ ਕੁਝ ਡੈਮੇਜ ਹੋ ਜਾਏਗਾ ਇਸ ਲਈ ਬੜਾ ਜ਼ਰੂਰੀ ਹੈ ਕਿ ਪਹਿਲਾਂ ਉਹਨਾਂ ਦਾ ਟੈਸਟ ਹੋਏ ਔਰ ਟਾਈਮਲੀ ਉਹਦਾ ਡਾਇਗਨੋਸਿਸ ਹੋ ਸਕੇ ਔਰ ਉਹਦਾ ਇਲਾਜ ਸ਼ੁਰੂ ਹੋ ਸਕੇ ਲੰਗਸ ਦੀ ਹੈਲਥ ਦੇ ਬਾਰੇ ਕੋਈ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੁੰਦਾ ਆਪਾਂ ਹਾਰਟ ਦਾ ਵੀ ਦੇਖਦੇ ਹਾਂ ਕਿ ਹਾਰਟ ਦਾ ਮੈਨੂੰ ਪਤਾ ਹੋਵੇ ਕਿ ਮੈਂ ਮੇਰਾ ਹਾਰਟ ਠੀਕ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਉਸੇ ਤਰ੍ਹਾਂ ਅਸੀਂ ਇੱਕ QR ਕੋਡ ਜਨਰੇਟ ਕੀਤਾ ਹੈਗਾ ਕਿ ਯੂ ਕੈਨ ਨੋ ਯੂਰ ਲੰਗ ਹੈਲਥ ਬਾਈ ਸਕੈਨਿੰਗ ਦੈਟ ਕੋਡ ਉਹਦਾ ਕੁਐਸਚਨੇਅਰ ਆਏਗਾ you fill that questionnaire and you know your lung health whether your lungs are functioning properly not functioning properly damage ਹੋ ਚੁੱਕੇ ਹੈ ਨਹੀਂ ਹੋਏ ਉਹ ਸਾਰਾ ਤੁਹਾਨੂੰ ਪਤਾ ਲੱਗੇਗਾ and you can book your appointment also thank you so much ਤੁਸੀਂ ਸਾਰੇ ਆਏ ਤੇ ਬਹੁਤ ਅੱਛਾ ਲੱਗਿਆ